ਪਿਆਰੇ ਬੱਚਿਓ, ਸਤਿ ਸ੍ਰੀ ਅਕਾਲ। ਅੱਜ ਬੇਟਾ ਆਪਾਂ ਆਪਣੀ 94ਵੀਂ ਪੰਜਾਬੀ ਪਾਠ ਪੁਸਤਕ ਦੇ ਵਿੱਚ ਦਰਜ ਸਾਹਿਤ ਰੂਪ ਬਾਰੇ ਗੱਲ ਕਰਾਂਗੇ। ਸਾਹਿਤ ਰੂਪ ਬਹੁਤ ਸਾਰੇ ਨੇ। ਤੁਸੀਂ ਬਹੁਤ ਛੋਟੀਆਂ ਜਮਾਤਾਂ ਤੋਂ ਸਾਹਿਤ ਦੇ ਇਹਨਾਂ ਰੂਪਾਂ ਬਾਰੇ ਪੜ੍ਹਨ ਲੱਗ ਜਾਂਦੇ ਹੋ, ਪਰ ਅੱਜ ਅਸੀਂ ਜੀਵਨੀ ਸਾਹਿਤ ਰੂਪ ਬਾਰੇ ਗੱਲ ਕਰਨੀ ਹੈ ਕਿ ਜੀਵਨੀ ਹੈ ਜਿਹੜੀ ਉਹ ਕੀ ਹੁੰਦੀ ਹੈ, ਕਿਹੜੀਆਂ ਇਹਦੀਆਂ ਵਿਸ਼ੇਸ਼ਤਾਵਾਂ ਨੇ, ਕਿਹੜੇ ਇਹਦੇ ਗੁਣ ਨੇ, ਕਿਹੜੇ ਤੱਤ ਨੇ। ਜੀਵਨੀ ਬੱਚਿਓ ਵਾਰਤਕ ਦਾ ਬਹੁਤ ਹੀ ਪੁਰਾਣਾ ਰੂਪ ਹੈ। ਇਹਦਾ ਆਰੰਭ ਲਗਭਗ ਇਹ ਕਹਿ ਸਕਦੇ ਹਾਂ ਅਸੀਂ ਚੇਲਿਆਂ ਨੇ ਸ਼ੁਰੂ ਕੀਤਾ। ਆਪਣੇ ਜਿਹੜੇ ਗੁਰੂ ਸੀਗੇ ਉਹਨਾਂ ਦੇ ਪ੍ਰਤੀ ਉਹਨਾਂ ਦੇ ਮਨ ਦੇ ਵਿੱਚ ਬਹੁਤ ਹੀ ਆਦਰ ਸਤਿਕਾਰ ਵਾਲੀ ਭਾਵਨਾ ਹੁੰਦੀ ਸੀ, ਤਾਂ ਉਹਨਾਂ ਨੇ ਆਪਣੇ ਗੁਰੂਆਂ ਬਾਰੇ ਲਿਖਣਾ ਸ਼ੁਰੂ ਕੀਤਾ। ਆਪਣੇ ਗੁਰੂਆਂ ਦੇ ਕਾਰਨਾਮੇ, ਉਹਨਾਂ ਦੀ ਵਹਿਮ ਉਹਦਾ ਵਰਣਨ ਕਰਨਾ ਸ਼ੁਰੂ ਕੀਤਾ। ਤਾਂ ਹੌਲੀ ਹੌਲੀ ਉਸ ਤੋਂ ਹੀ ਇਹ ਸਾਹਿਤ ਰੂਪ ਹੈ ਜਿਹੜਾ ਉਸਨੇ ਜਨਮ ਲਿਆ। ਪੰਜਾਬੀ ਦੇ ਵਿੱਚ ਪੁਰਾਤਨ ਜਿਹੜੀਆਂ ਜਨਮ ਸਾਖੀਆਂ ਨੇ ਜਾਂ ਪਰਚੀਆਂ, ਰੇਖਾ ਚਿੱਤਰ, ਜੀਵਨੀਆਂ, ਸਵੈ ਜੀਵਨੀਆਂ, ਡਾਇਰੀ, ਸਫ਼ਰਨਾਮਾ, ਮੁਲਾਕਾਤ, ਇਹ ਸਾਰਾ ਵਾਰਤਕ ਸਾਹਿਤ ਰੂਪ ਹੈ। ਇਹਦੇ ਵਿੱਚੋਂ ਹੀ ਜੀਵਨੀ ਹੈ ਜਿਹੜਾ ਉਹ ਪ੍ਰਮੁੱਖ ਹੈ, ਪਰ ਇਹ ਵਿਕਸਿਤ ਅੱਜ ਦੇ ਯੁੱਗ ਦੇ ਵਿੱਚ ਹੀ ਹੋਇਆ, ਯਾਨੀ ਕਿ ਆਧੁਨਿਕ ਯੁੱਗ ਦੇ ਵਿੱਚ ਹੀ ਇਸ ਸਾਹਿਤ ਰੂਪ ਨੂੰ ਵਿਕਾਸ ਮਿਲਿਆ। ਇਸ ਤੋਂ ਪਹਿਲਾਂ ਭਾਵੇਂ ਜੀਵਨੀਆਂ ਲਿਖੀਆਂ ਜਾਂਦੀਆਂ ਰਹੀਆਂ, ਪਰ ਉਹ ਬਹੁਤੀਆਂ ਜ਼ਿਆਦਾ ਕਲਾਤਮਿਕ ਰੁਚੀਆਂ ਵਾਲੀਆਂ ਨਹੀਂ। ਤਾਂ ਜੀਵਨੀ ਹੈ ਜਿਹੜੀ ਉਹ ਕਿਸੇ ਖਾਸ ਵਿਅਕਤੀ ਦੇ ਜੀਵਨ ਦਾ ਬਿਰਤਾਂਤ ਹੁੰਦੀ ਹੈ। ਇਹ ਆਮ ਤੌਰ ਤੇ ਕੋਈ ਮਹਾਂਪੁਰਖ ਹੋ ਸਕਦਾ ਵਿਅਕਤੀ, ਜਾਂ ਕੋਈ ਲੋਕਾਂ ਨੂੰ ਸੇਧ ਦੇਣ ਵਾਲਾ, ਲੋਕਾਂ ਲਈ ਆਦਰਸ਼ ਬਣ ਸਕਿਆ ਜੋ ਵਿਅਕਤੀ, ਉਹ ਹੋ ਸਕਦਾ। ਤਾਂ ਉਹਦੇ ਜੀਵਨ ਦੇ ਬਾਰੇ ਲੇਖਾ ਜੋਖਾ ਪੇਸ਼ ਕੀਤਾ ਜਾਂਦਾ। ਆਮ ਕਰਕੇ ਜੀਵਨੀ ਦੇ ਵਿੱਚ ਜਿਸ ਵਿਅਕਤੀ ਦੇ ਜੀਵਨ ਦਾ ਅਸੀਂ ਚਿੱਤਰਨ ਕਰਦੇ ਹਾਂ, ਉਹਦੀ ਲਗਭਗ ਸਾਰੀ ਜ਼ਿੰਦਗੀ ਹੈ ਜਿਹੜੀ ਉਹੀ ਪੇਸ਼ ਕੀਤੀ ਜਾਂਦੀ ਹੈ। ਪਰ ਕਈ ਵਾਰ ਇਹ ਵਿਅਕਤੀ ਜਿਸ ਦੀ ਜ਼ਿੰਦਗੀ ਦਾ ਵਰਣਨ ਹੁੰਦਾ ਹੈ, ਜਿਹਦੀ ਜੀਵਨੀ ਬਾਰੇ ਲਿਖਿਆ ਜਾਂਦਾ ਹੈ, ਉਹ ਕੋਈ ਜਿਉਂਦਾ ਜਾਗਦਾ ਆਦਰਸ਼ ਵਿਅਕਤੀ ਵੀ ਹੋ ਸਕਦਾ ਹੈ। ਤਾਂ ਉਸ ਦੇ ਜੀਵਨ ਦਾ ਕੋਈ ਨਾ ਕੋਈ ਹਿੱਸਾ ਵਰਣਨ ਵੱਲੋਂ ਰਹਿ ਵੀ ਸਕਦਾ ਹੈ, ਕਿਉਂਕਿ ਉਹ ਉਸ ਸਮੇਂ ਲਿਖੀ ਗਈ ਹੋ ਸਕਦੀ ਹੈ ਜਦੋਂ ਉਹ ਵਿਅਕਤੀ ਹਲੇ ਜਿੰਦਾ ਹੈ। ਤਾਂ ਅੰਗਰੇਜ਼ੀ ਦਾ ਇੱਕ ਪ੍ਰਸਿੱਧ ਬੁੱਧੀਜੀਵੀ ਵਿਅਕਤੀ ਹੈ ਮਾਰਕ ਟਵੇਨ। ਉਹ ਕਹਿੰਦਾ ਜੀਵਨੀ ਮਨੁੱਖ ਦਾ ਲਿਬਾਸ ਹੈ ਜਿਸ ਵਿੱਚ ਝਰੋਖੇ ਹੁੰਦੇ ਹੈ, ਜਿਸ ਨੂੰ ਮਨੁੱਖ ਜਿਹੜਾ ਹੈ ਉਹ ਆਪ ਖੁਦ ਨਹੀਂ ਲਿਖ ਸਕਦਾ। ਇਸ ਲਈ ਕਹਿੰਦੇ ਹੈ ਕਿ ਜੀਵਨੀ ਪਰਜੀਵੀ ਕਲਾ ਹੈ। ਪਰਜੀਵੀ ਕਲਾ ਇਸ ਲਈ ਹੈ ਕਿਉਂਕਿ ਜੀਵਨੀ ਦੀ ਸਿਰਜਣਾ ਹੈ ਜਿਹੜੀ ਉਹ ਤੱਥਾਂ ਦੀ ਭਾਲ ਲਈ ਦੂਜੈਲੇ ਸਰੋਤਾਂ ਤੇ ਨਿਰਭਰ ਕਰਦੀ ਹੈ, ਯਾਨੀ ਕਿ ਦੂਸਰੇ ਤੋਂ ਸਰੋਤ ਹੈ ਜਿਹੜੇ ਉਹ ਸਾਰੇ ਇਕੱਠੇ ਕਰਨੇ ਪੈਂਦੇ ਹੈ ਕਿਸੇ ਵਿਅਕਤੀ ਬਾਰੇ ਲਿਖਣ ਦੇ ਲਈ। ਇਸ ਲਈ ਜਿਹੜੀ ਜੀਵਨੀ ਹੈ ਉਸ ਦੇ ਵਿੱਚ ਜੀਵਨ ਦੀਆਂ ਘਟਨਾਵਾਂ ਦਾ ਵਰਣਨ ਹੁੰਦਾ ਹੈ ਕਿ ਉਹ ਵਿਅਕਤੀ ਕਿਵੇਂ ਜਿਉਇਆ। ਉਹਦੇ ਮਨ ਦੇ ਅੰਦਰ ਵੀ ਝਾਤ ਪਾਉਣੀ ਪੈਂਦੀ ਹੈ ਕਿ ਉਹਦਾ ਮਨ ਕਿਸ ਤਰ੍ਹਾਂ ਦਾ ਸੀ, ਉਹਦੇ ਨਾਲ ਜਿਹੜੀਆਂ ਘਟਨਾਵਾਂ ਵਾਪਰੀਆਂ ਉਹ ਕਿਉਂ ਵਾਪਰੀਆਂ। ਸਿਰਫ ਘਟਨਾਵਾਂ ਦਾ ਵਰਣਨ ਨਹੀਂ ਨਾ ਅਸੀਂ ਕਰ ਸਕਦੇ, ਘਟਨਾਵਾਂ ਦੀ ਤਹਿ ਦੇ ਪਿੱਛੇ ਕਿਹੜੇ ਤੱਤ ਛੁਪੇ ਹੋਏ ਸੀ, ਕਿਹੜੀ ਪ੍ਰੇਰਨਾ ਸੀ, ਉਸ ਦਾ ਵੀ ਵਰਣਨ ਕਰਨਾ ਪੈਂਦਾ। ਤਾਂ ਇਸ ਲਈ ਜੀਵਨੀ ਹੈ ਜਿਹੜੀ ਉਸ ਦਾ ਰੂਪ ਕਲਾਤਮਿਕ ਬਣ ਜਾਂਦਾ ਤੇ ਸਾਰੀਆਂ ਘਟਨਾਵਾਂ ਜਿਹੜੀਆਂ ਉਹ ਉਸ ਵਿਅਕਤੀ ਦੇ ਜੀਵਨ ਤੇ ਚਾਨਣ ਪਾਉਂਦੀਆਂ। ਇਹ ਸਿਰਫ ਘਟਨਾਵਾਂ ਦਾ ਵੇਰਵਾ ਨਹੀਂ ਹੁੰਦਾ, ਕਿਉਂਕਿ ਜੇ ਇਕੱਲੀ ਘਟਨਾ ਦਾ ਵਰਣਨ ਹੀ ਹੋਵੇ ਫਿਰ ਤਾਂ ਇਤਿਹਾਸ ਬਣ ਜਾਂਦਾ। ਇਸ ਲਈ ਬੇਟਾ ਜੀਵਨੀ ਹੈ ਜਿਹੜੀ ਉਹ ਇੱਕ ਕਲਾ ਹੈ। ਹੁਣ ਇੱਥੇ ਜੀਵਨੀ ਤੇ ਸਵੈ ਜੀਵਨੀ ਦੇ ਵਿੱਚ ਅੰਤਰ ਤੁਹਾਨੂੰ ਪਤਾ ਹੋਣਾ ਚਾਹੀਦਾ। ਜੀਵਨੀ ਸਵੈ ਜੀਵਨੀ ਇੱਕ ਦੂਜੇ ਦੇ ਨਾਲ ਭਾਵੇਂ ਮਿਲਦੇ ਜੁਲਦੇ ਸਾਹਿਤ ਰੂਪ ਹੈ,
ਪਰ ਇਹ ਇੱਕ ਦੂਸਰੇ ਨਾਲੋਂ ਵੱਖਰੇ ਵੀ ਹੈ। ਕੁਝ ਕੁ ਸਾਂਝਾਂ ਨੇ ਦੋਹਾਂ ਦੇ ਵਿੱਚ, ਕੁਝ ਵੱਖਰੇਵੇਂ ਹੈ। ਅਸਲ ਦੇ ਵਿੱਚ ਜੀਵਨੀ ਹੈ ਜਿਹੜੀ, ਉਹਦੇ ਵਿੱਚ ਇੱਕ ਵਿਅਕਤੀ ਕਿਸੇ ਦੂਸਰੇ ਵਿਅਕਤੀ ਦੇ ਜੀਵਨ ਬਾਰੇ ਲਿਖਦਾ ਹੈ, ਠੀਕ ਹੈ। ਤੇ ਸਵੈ ਜੀਵਨੀ ਹੈ ਜਿਹੜੀ, ਉਹ ਆਪਣੇ ਆਪ ਦੇ ਜੀਵਨ ਬਾਰੇ ਲਿਖੀ ਜਾਂਦੀ ਹੈ। ਤਾਂ ਬੇਟਾ ਸਵੈ ਜੀਵਨੀ ਹੈ ਜਿਹੜੀ ਇਸੇ ਲਈ ਕਿਹਾ ਜਾਂਦਾ ਹੈ ਕਿ ਉਹ ਅੰਦਰੋਂ ਬਾਹਰ ਵੱਲ, ਤੇ ਜੀਵਨੀ ਹੈ ਜਿਹੜੀ ਉਹ ਬਾਹਰੋਂ ਅੰਦਰ ਵੱਲ ਦੀ ਯਾਤਰਾ ਹੁੰਦੀ ਹੈ। ਕਿਉਂਕਿ ਸਵੈ ਜੀਵਨੀ ਹੈ ਜਿਹੜੀ ਲਿਖਣ ਵਾਲਾ, ਉਹ ਆਪਣੇ ਆਪ ਤੇ ਕੇਂਦਰਿਤ ਹੁੰਦਾ ਹੈ, ਠੀਕ ਹੈ। ਤਾਂ ਉਹ ਕੁਛ ਨਾ ਕੁਛ ਪਾਉਣ ਦਾ ਯਤਨ ਵੀ ਕਰ ਸਕਦਾ ਹੈ, ਆਪਣੀ ਜ਼ਿੰਦਗੀ ਬਾਰੇ ਸਾਰਾ ਦਾ ਸਾਰਾ ਸੱਚ ਹੈ ਜਿਹੜਾ ਉਹ ਪ੍ਰਗਟ ਕਰਨਾ ਕਈ ਵਾਰ ਕਾਫੀ ਮੁਸ਼ਕਲ ਹੋ ਜਾਂਦਾ। ਤਾਂ ਇਸ ਤਰ੍ਹਾਂ ਜਿਹੜੀ ਇਹ ਸਾਹਿਤ ਰੂਪ ਹੈ, ਉਹਦੇ ਵਿੱਚ ਸੱਚ ਦੀ ਅਣਹੋਂਦ ਦੀ ਸੰਭਾਵਨਾ ਜਿਹੜੀ ਉਹ ਬਣੀ ਰਹਿੰਦੀ ਹੈ। ਪਰ ਜੇ ਸੱਚ ਦੀ ਅਣਹੋਂਦ ਹੋਵੇ ਤਾਂ ਫਿਰ ਉਹ ਰਚਨਾ ਹੈ ਜਿਹੜੀ ਉਹ ਸਫਲ ਨਹੀਂ ਹੋ ਸਕਦੀ। ਅਸਲ ਦੇ ਵਿੱਚ ਜਿਹੜੀ ਜੀਵਨੀ ਹੈ ਜਾਂ ਸਵੈ ਜੀਵਨੀ ਹੈ, ਦੋਨਾਂ ਦਾ ਮੰਤਵ ਇੱਕ ਹੀ ਹੁੰਦਾ ਹੈ, ਕੋਈ ਮਹਾਨ ਵਿਅਕਤੀ ਦੇ ਜੀਵਨ ਦੀ ਬਹੁਪੱਖੀ ਤਸਵੀਰ ਨੂੰ ਪੇਸ਼ ਕਰਨਾ। ਜੀਵਨੀ ਜਦੋਂ ਕਿਸੇ ਮਹਾਨ ਵਿਅਕਤੀ ਦੀ ਲਿਖੀ ਜਾਂਦੀ ਹੈ ਜਾਂ ਹੋਂਦ ਵਿੱਚ ਆਉਂਦੀ ਹੈ, ਤਾਂ ਲੇਖਕ ਆਪਣੇ ਤੋਂ ਭਿੰਨ ਕਿਸੇ ਦੂਸਰੇ ਵਿਅਕਤੀ ਦੀ ਜੀਵਨ ਧਾਰਾ ਨੂੰ ਕਲਮਬੱਧ ਕਰਨ ਲਈ ਵੱਖੋ ਵੱਖਰੇ ਸਰੋਤਾਂ ਦੀ ਵਰਣਨ ਹੈ ਜਿਹੜੀ, ਵੱਖੋ ਵੱਖਰੇ ਸਰੋਤਾਂ ਦੀ ਵਰਤੋਂ ਉਹ ਕਰਦਾ ਹੈ। ਜੀਵਨੀ ਦੇ ਕੁਝ ਤੱਤ ਹੁੰਦੇ ਨੇ ਜਿਨ੍ਹਾਂ ਦਾ ਜੀਵਨੀ ਲਿਖਣ ਦੇ ਲਈ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਉਂਕਿ ਜੇ ਤੱਤ ਅਸੀਂ ਅਖੋਲੇ ਕਰ ਦਿੰਨੇ ਆ ਤਾਂ ਜੀਵਨੀ ਪਾਠਕ ਤੇ ਬਹੁਤਾ ਪ੍ਰਭਾਵ ਨਹੀਂ ਪਾਉਂਦੀ ਤੇ ਉਹਦਾ ਰੂਪ ਵੀ ਕਲਾਤਮਿਕ ਨਹੀਂ ਰਹਿੰਦਾ। ਇਹਨਾਂ ਵਿੱਚ ਜਿਹੜਾ ਨਾਇਕ ਹੈ, ਜਿਸ ਵਿਅਕਤੀ ਬਾਰੇ ਜੀਵਨੀ ਲਿਖੀ ਜਾਣੀ ਹੈ, ਉਹਦੀ ਸ਼ਖਸੀਅਤ, ਘਟਨਾਵਾਂ ਦਾ ਤੱਥ ਤੇ ਸੱਚ, ਉਹਨਾਂ ਦਾ ਅੰਤਰ ਨਖੇੜ, ਜੀਵਨੀਕਾਰ ਦਾ ਯੋਗਦਾਨ, ਉਸਾਰੂ ਕਲਪਨਾ, ਕਲਾਤਮਿਕ ਬਣਤਰ, ਸਾਹਿਤਿਕ ਬੋਲੀ ਤੇ ਸ਼ੈਲੀ, ਇਹਨਾਂ ਸਾਰੇ ਤੱਤਾਂ ਦਾ ਧਿਆਨ ਰੱਖਣਾ ਪੈਂਦਾ। ਜੇ ਇਹਨਾਂ ਦੀ ਉਚਿਤ ਯੋਜਨਾ ਕੀਤੀ ਜਾਵੇ ਤਾਂ ਹੀ ਜਿਹੜੀ ਜੀਵਨੀ ਹੈ ਉਹ ਵਧੇਰੇ ਸਫਲ ਹੋ ਸਕਦੀ ਹੈ। ਤੇ ਕੁਝ ਤੱਤ ਉਹਨਾਂ ਦੀ ਮੈਂ ਤੁਹਾਨੂੰ ਵਿਆਖਿਆ ਕਰਕੇ ਦੱਸਦੀ ਹਾਂ ਕਿ ਇਹ ਤੱਤ ਹੈ ਕਿਹੜੇ ਕਿਹੜੇ। ਸਭ ਤੋਂ ਪਹਿਲਾ ਹੈ ਜੀਵਨੀ ਦਾ ਨਾਇਕ। ਹੁਣ ਜੀਵਨੀ ਹੈ ਜਿਹੜੀ ਉਹ ਸੰਸਾਰ ਦੇ ਵਿੱਚ ਕੋਈ ਵਿਸ਼ੇਸ਼ ਸਫਲਤਾ ਹਾਸਲ ਕਰਨ ਵਾਲੇ ਵਿਅਕਤੀ ਦੀ ਹੀ ਲਿਖੀ ਜਾਂਦੀ ਹੈ। ਆਮ ਤੌਰ ਤੇ ਇਹ ਵਿਅਕਤੀ ਕੋਈ ਧਾਰਮਿਕ ਆਗੂ, ਕੋਈ ਪੀਰ ਪੈਗੰਬਰ, ਸੰਤ ਮਹਾਤਮਾ ਹੁੰਦੇ ਹੈ। ਤਾਂ ਪੁਰਾਣੀਆਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਸੀ ਕਿ ਜੀਵਨੀਆਂ, ਜਿੱਥੋਂ ਜੀਵਨੀ ਲਿਖਣ ਦੀ ਸ਼ੁਰੂਆਤ ਹੋਈ ਹੈ, ਉਹ ਇਸ ਤੱਥ ਤੋਂ ਹੀ ਹੋਈ। ਤਾਂ ਇਹ ਕਿਸੇ ਸ਼ਤਾਬਦੀ ਦਿਵਸ ਤੇ ਮਹਾਂਪੁਰਖਾਂ ਦੀਆਂ ਜੀਵਨੀਆਂ ਲਿਖਣੀਆਂ ਜਿਹੜੀਆਂ ਉਹ ਸ਼ੁਰੂ ਦੇ ਵਿੱਚ ਜ਼ਿਆਦਾ ਲਿਖੀਆਂ ਗਈਆਂ ਜਾਂ ਲਿਖਣੀਆਂ ਸ਼ੁਰੂ ਹੋਈਆਂ। ਇਸ ਤੋਂ ਇਲਾਵਾ ਵੱਡੇ ਜਿਹੜੇ ਰਾਜਸੀ ਆਗੂ, ਕੋਈ ਸੁਤੰਤਰਤਾ ਸੰਗਰਾਮੀ ਜਾਂ ਵੀਰ ਸਪੂਤ ਹੈ ਜਿਹੜੇ, ਇਹਨਾਂ ਦੀਆਂ ਜੀਵਨੀਆਂ ਸਾਡੇ ਨੌਜਵਾਨਾਂ ਦੇ ਵਿੱਚ ਦੇਸ਼ ਪਿਆਰ ਦੀ ਭਾਵਨਾ ਨੂੰ ਪੈਦਾ ਕਰਨ ਦੇ ਲਈ ਲਿਖੀਆਂ ਜਾਣ ਲੱਗੀਆਂ। ਇਹਨਾਂ ਤੋਂ ਵੀ ਇਲਾਵਾ ਕੁਝ ਸਾਹਿਤਕਾਰ ਜਿਹੜੇ ਹੈ, ਉਹਨਾਂ ਦੀਆਂ ਜੀਵਨੀਆਂ ਵੀ ਲਿਖੀਆਂ ਜਾਣ ਲੱਗੀਆਂ ਕਿਉਂਕਿ ਉਹਨਾਂ ਨੇ ਸਾਹਿਤ ਦੇ ਖੇਤਰ ਦੇ ਵਿੱਚ ਆਪਣਾ ਯੋਗਦਾਨ ਪਾਇਆ। ਤਾਂ ਇਹਨਾਂ ਦਾ ਜਿਹੜੇ ਜੀਵਨੀ ਦੇ ਨਾਇਕ ਨੇ, ਉਹਨਾਂ ਦਾ ਪਿਛੋਕੜ, ਉਹਨਾਂ ਦੀ ਮਾਨਸਿਕ ਦਸ਼ਾ ਕਿਸ ਤਰ੍ਹਾਂ ਦੀ ਸੀ, ਇਹ ਸਾਰਾ ਕੁਝ ਆਦਰਸ਼ਕ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਪੈਂਦਾ ਹੈ ਇੱਕ ਜੀਵਨੀ ਦੇ ਵਿੱਚ। ਤਾਂ ਜੀਵਨੀ ਦਾ ਪ੍ਰਮੁੱਖ ਵਿਸ਼ਾ ਮਨੁੱਖੀ ਚਰਿੱਤਰ ਹੁੰਦਾ ਹੈ। ਤਾਂ ਇਹ ਮਨੁੱਖੀ ਚਰਿੱਤਰ ਕਿਸੇ ਆਦਰਸ਼ ਵਿਅਕਤੀ ਦੀ ਜੀਵਨੀ ਚਰਿੱਤਰ ਦੇ ਸਹਾਰੇ ਹੀ ਪੇਸ਼ ਕੀਤਾ ਜਾਂਦਾ ਹੈ। ਤਾਂ ਬੇਟਾ ਪੰਜਾਬੀ ਸਾਹਿਤ ਦੇ ਵਿੱਚ ਜੀਵਨੀ ਲਿਖੇ ਜਾਣ ਦਾ ਰੁਝਾਨ ਬਹੁਤ ਘੱਟ ਸੀ। ਹੌਲੀ ਹੌਲੀ ਇਹ ਮੈਂ ਤੁਹਾਨੂੰ ਦੱਸਿਆ ਕਿ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਲਿਖੀਆਂ ਜਾਣ ਲੱਗੀਆਂ ਜਿਨ੍ਹਾਂ ਨੇ ਕੋਈ ਨਾ ਕੋਈ ਯੋਗਦਾਨ ਪਾਇਆ। ਪਰ ਅੱਜ ਵੀ ਆਮ ਵਿਅਕਤੀ ਦੇ ਜੀਵਨ ਦਾ ਚਿਤਰਨ ਕਿਸੇ ਜੀਵਨੀ ਦੇ ਵਿੱਚ ਪੇਸ਼ ਨਹੀਂ ਹੁੰਦਾ, ਭਾਵੇਂ ਪੱਛਮ ਦੇ ਵਿੱਚ ਆਮ ਵਿਅਕਤੀ ਦੀ ਜੀਵਨੀ ਹੈ ਜਿਹੜੀ ਉਹ ਲਿਖਣ ਦੀ ਪ੍ਰਥਾ ਵੀ ਹੈਗੀ ਹੈ। ਅੱਗੇ ਜਿਹੜੇ ਜੀਵਨੀ ਦਾ ਨਾਇਕ ਹੈ, ਉਹਦੇ ਲਈ ਸਰੋਤਾਂ ਦੀ ਭਾਲ ਕਿਵੇਂ ਕੀਤੀ ਜਾਂਦੀ ਹੈ, ਕਿਵੇਂ ਸਾਰੇ ਸਰੋਤ ਲੱਭੇ ਜਾਂਦੇ ਆ।
ਤਾਂ ਜੀਵਨੀ ਦੇ ਨਾਇਕ ਦੇ ਪ੍ਰਤੀ ਸ਼ਰਧਾ ਆਦਰ ਉਹਦੀ ਸਮੁੱਚੀ ਸ਼ਖਸੀਅਤ ਦੇ ਵਿਕਾਸ ਨੂੰ ਅਸੀਂ ਵਿਗਿਆਨਕ ਦ੍ਰਿਸ਼ਟੀ ਤੋਂ ਪਰਖਣਾ ਹੁੰਦਾ ਹੈ। ਤਾਂ ਇਹਦੇ ਲਈ ਇੱਕ ਸੱਚ ਦਾ ਵਰਣਨ ਕਰਨਾ ਹੈ। ਤਾਂ ਸੱਚ ਦਾ ਵਰਣਨ ਕਰਨ ਦੇ ਲਈ ਕਈ ਸਰੋਤਾਂ ਤੋਂ ਕਈ ਸੋਮਿਆਂ ਤੋਂ ਸੱਚ ਦੀ ਭਾਲ ਕਰਨੀ ਪੈਂਦੀ ਹੈ। ਇਹਦੇ ਲਈ ਅਸੀਂ ਕੀ ਕੁਝ ਧਿਆਨ ਵਿੱਚ ਰੱਖਦੇ ਹਾਂ ਕਿ ਕੋਈ ਚਿੱਠੀਆਂ ਹੋਣ, ਕੋਈ ਸਰਕਾਰੀ ਗਜ਼ਟ, ਕੋਈ ਖਾਨਦਾਨੀ ਪੱਤਰ, ਦੋਸਤ ਮਿੱਤਰਾਂ ਦੇ ਨਾਲ ਮੇਲ ਜੋਲ ਜਾਂ ਕਿਸੇ ਵਿਅਕਤੀ ਦੇ ਨਾਲ ਜਿਹਦੇ ਨਾਲ ਉਹਨਾਂ ਦੇ ਬਹੁਤ ਚੰਗੇ ਸੰਬੰਧ ਹੋਣ, ਇਹਨਾਂ ਸਾਰੇ ਸਰੋਤਾਂ ਦੀ ਭਾਲ ਕਰਕੇ ਜੀਵਨੀ ਹੈ ਜਿਹੜੀ ਉਸ ਨੂੰ ਸਫਲ ਬਣਾਇਆ ਜਾਂਦਾ ਹੈ। ਜੀਵਨੀ ਕਲਪਨਾ ਤੇ ਆਧਾਰਿਤ ਤਾਂ ਹੁੰਦੀ ਹੈ, ਪਰ ਨਿਰੋਲ ਕਲਪਨਾ ਨਹੀਂ ਹੋ ਸਕਦੀ। ਤੱਥਾਂ ਤੇ ਕਲਪਨਾ ਦੋਨਾਂ ਦੇ ਵਿੱਚ ਇੱਕ ਬਹੁਤ ਵਧੀਆ ਸੁਮੇਲ ਬਣਾਉਣਾ ਪੈਂਦਾ, ਤਾਂ ਹੀ ਸਫਲ ਜੀਵਨੀ ਹੈ ਜਿਹੜੀ ਉਹ ਲਿਖੀ ਜਾ ਸਕਦੀ ਹੈ। ਜੀਵਨੀਕਾਰ ਦੀਆਂ ਮਿਤੀਆਂ, ਘਟਨਾਵਾਂ, ਲਹਿਰਾਂ ਜਾਂ ਕੋਈ ਇਤਿਹਾਸਿਕ ਪ੍ਰਤੀਕਰਮ ਹੁੰਦੇ ਨੇ, ਉਹਨਾਂ ਬਾਰੇ ਬਿਲਕੁਲ ਤਰਕਸ਼ੀਲ ਹੋ ਕੇ ਜੀਵਨੀ ਦੇ ਵਿੱਚ ਲਿਖਣਾ ਪੈਂਦਾ। ਪਰ ਜੀਵਨੀ ਲਿਖਣ ਲਈ ਲੇਖਕ ਜ਼ਰੂਰੀ ਨਹੀਂ ਹੈ ਕਿ ਉਹ ਜਿਸ ਵਿਅਕਤੀ ਦੀ ਜੀਵਨੀ ਲਿਖ ਰਿਹਾ ਹੈ ਉਹਦੇ ਨਾਲ ਉਹਦਾ ਮੇਲ ਜੋਲ ਹੁੰਦਾ ਹੀ ਰਿਹਾ ਹੋਵੇ। ਨਹੀਂ, ਉਹ ਵੱਖੋ ਵੱਖਰੇ ਗ੍ਰੰਥਾਂ ਤੋਂ ਜਾਂ ਹੋਰ ਲੋਕਾਂ ਤੋਂ ਜਾਂ ਜਿਹੜੇ ਮੈਂ ਤੁਹਾਨੂੰ ਦੱਸਿਆ ਉਹਨਾਂ ਸਾਰੇ ਸਰੋਤਾਂ ਤੋਂ ਸਮੱਗਰੀ ਲੈ ਕੇ ਉਹਦੀ ਸ਼ਖਸੀਅਤ ਦੀ ਸਿਰਜਣਾ ਕਰਦਾ। ਤਾਂ ਨਾਇਕ ਹੈ ਜਿਹੜਾ, ਅੱਗੇ ਨਾਇਕ ਦੀ ਸ਼ਖਸੀਅਤ ਦੇ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਉਹ ਉਹਦੇ ਜੀਵਨ ਦੀਆਂ ਸਿਰਫ ਘਟਨਾਵਾਂ ਹੀ ਇਕੱਠੀਆਂ ਨਹੀਂ ਕਰਦਾ, ਸਗੋਂ ਉਹਦੀ ਸ਼ਖਸੀਅਤ ਦਾ ਸਰਵਪੱਖੀ ਅਧਿਐਨ ਕਰਦਾ। ਉਹਦਾ ਸੁਭਾਅ ਕਿਸ ਤਰ੍ਹਾਂ ਦਾ ਸੀ, ਉਹਦੀਆਂ ਕਿਸ ਤਰ੍ਹਾਂ ਦੀਆਂ ਰੁਚੀਆਂ, ਭਾਵਨਾਵਾਂ, ਖਾਹਿਸ਼ਾਂ ਸੀ, ਉਹ ਸਾਰਾ ਉਹਨੇ ਕਿਸ ਤਰ੍ਹਾਂ ਦਾ ਸੰਘਰਸ਼ ਕੀਤਾ, ਉਹ ਸਾਰੇ ਨੂੰ ਇੱਕ ਰੂਪ ਦਿੱਤਾ ਜਾਂਦਾ ਹੈ ਜੀਵਨੀ ਦੇ ਵਿੱਚ, ਕਲਾਤਮਕ ਰੂਪ। ਤਾਂ ਜੀਵਨੀ ਰਚਨਾ ਵਿੱਚ ਜਿਹੜਾ ਨਾਇਕ ਹੈ ਉਹਦੇ ਵਿਅਕਤੀਤਵ ਨੂੰ ਪੂਰੀ ਤਰ੍ਹਾਂ ਨਾਲ ਉਭਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੁਣ ਭਾਵੇਂ ਕੋਈ ਵਿਅਕਤੀ ਕਿੰਨਾ ਮਹਾਨ ਹੋਵੇ, ਉਹਦੀ ਜ਼ਿੰਦਗੀ ਦਾ ਕੋਈ ਨਾ ਕੋਈ ਕਾਲਾ ਪੱਖ ਹੋ ਸਕਦਾ, ਤਾਂ ਉਸ ਨੂੰ ਵੀ ਪੇਸ਼ ਕੀਤਾ ਜਾਂਦਾ। ਇਹ ਜੀਵਨੀ ਦੀ ਪ੍ਰਮੁੱਖ ਮੰਗ ਹੁੰਦੀ ਹੈ ਕਿ ਭਾਵੇਂ ਸਾਰੀਆਂ ਚੰਗਿਆਈਆਂ ਨੇ, ਪਰ ਬੁਰਿਆਈ ਹੈ ਜਿਹੜੀ ਉਸ ਦਾ ਵੀ ਵਰਣਨ ਇਹਦੇ ਵਿੱਚ ਹੋਣਾ ਚਾਹੀਦਾ। ਸਿਰਫ ਅੰਨੀ ਸ਼ਰਧਾ ਹੈ ਜਿਹੜੀ, ਉਸ ਤੋਂ ਜੀਵਨੀ ਲਿਖਣ ਵਾਲਾ ਲੇਖਕ ਹੈ ਜਿਹੜਾ ਉਹ ਕੰਮ ਨਹੀਂ ਲੈਂਦਾ, ਕਿਉਂਕਿ ਇਹ ਇੱਕ ਦੋਸ਼ ਬਣ ਜਾਂਦੀ ਹੈ। ਠੀਕ ਹੈ, ਤਾਂ ਜਿਹੜਾ ਕੋਈ ਮਹਾਂਪੁਰਖ ਹੈ ਉਹਦੀ ਕੋਈ ਇੱਕ ਅੱਧੀ ਬੁਰਾਈ ਦਾ ਵਰਣਨ ਕਰਨਾ ਕੋਈ ਬਹੁਤੀ ਵੱਡੀ ਗੱਲ ਨਹੀਂ। ਉਹਦੇ ਵਿੱਚ ਇੰਨੇ ਜ਼ਿਆਦਾ ਗੁਣ ਹੁੰਦੇ ਹੈ ਕਿ ਉਹਨਾਂ ਗੁਣਾਂ ਦੇ ਹੇਠਾਂ ਇਹ ਦੋਸ਼ ਕੋਈ ਹੁੰਦਾ ਹੈ ਜਿਹੜਾ ਉਹ ਲੁਕ ਜਾਂਦਾ। ਅੱਗੇ ਬੇਟਾ ਸੱਚ ਦੀ ਭਾਲ। ਹੁਣ ਜੀਵਨੀ ਲੇਖਕ ਹੈ ਜਿਹੜਾ, ਉਹਦੇ ਸਾਹਮਣੇ ਸਾਰੀ ਦੁਨੀਆ ਹੈ, ਸਾਰਾ ਸੰਸਾਰ ਹੈ। ਤਾਂ ਜਿਹੜੇ ਨਾਇਕ ਦੀ ਉਹਨੇ ਚੋਣ ਕੀਤੀ ਹੈ ਉਹਦੀ ਸਾਰੀ ਉਮਰ ਉਸਨੇ ਦੇਖੀ ਹੁੰਦੀ ਹੈ ਜਾਂ ਸੁਣੀ ਹੁੰਦੀ ਹੈ ਜਾਂ ਉਹਦੇ ਬਾਰੇ ਤੱਥ ਇਕੱਠੇ ਕਰ ਲਏ, ਤਾਂ ਬਹੁਤ ਸਾਰੀਆਂ ਘਟਨਾਵਾਂ ਵਾਪਰਦੀਆਂ, ਬਹੁਤ ਸਾਰੇ ਤੱਥ ਉਹਦੇ ਕੋਲ ਇਕੱਠੇ ਹੋ ਜਾਂਦੇ ਹੈ। ਇਹਦੇ ਵਿੱਚੋਂ ਉਹਨੇ ਚੋਣ ਕਰਨੀ ਹੁੰਦੀ ਹੈ ਕਿ ਕਿਹੜੇ ਤੱਤ ਹੈ ਜਿਹੜੇ ਉਹ ਸਹੀ ਹੈ, ਕਿਹੜੇ ਉਸਦੇ ਜੀਵਨ ਦੇ ਵਧੇਰੇ ਨੇੜੇ ਹੈ, ਜਿਸ ਦੇ ਸਹਾਰੇ ਦੇ ਨਾਲ ਉਸਦੀ ਜੀਵਨੀ ਨੂੰ ਉਹ ਲੋਕਾਂ ਦੇ ਸਾਹਮਣੇ ਰੱਖਦਾ। ਤਾਂ ਜੋ ਕੁਝ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਪ੍ਰਤੱਖ ਹੁੰਦਾ ਹੈ, ਇਕੱਲਾ ਉਹੀ ਜੀਵਨੀ ਨਹੀਂ ਹੁੰਦੀ, ਉਹਦੇ ਪਿੱਛੇ ਕੁਛ ਨਾ ਕੁਛ ਜੋ ਗਤੀਸ਼ੀਲ ਹੁੰਦਾ ਹੈ, ਲੁਕਮਾ ਹੁੰਦਾ ਹੈ, ਉਸ ਦੀ ਖੋਜ ਕਰਦਾ ਹੈ ਜੀਵਨੀਕਾਰ, ਉਹਨੂੰ ਲੱਭਣ ਦਾ ਯਤਨ ਕਰਦਾ। ਤਾਂ ਉਹਦੇ ਸਾਹਮਣੇ ਜਿਹੜੀ ਪ੍ਰਮੁੱਖ ਸਮੱਸਿਆ ਹੈ, ਨਾਇਕ ਦੇ ਜੀਵਨ ਦਾ ਵਰਣਨ ਨਹੀਂ, ਸਗੋਂ ਤੱਥਾਂ ਵਿੱਚੋਂ ਸੱਚ ਦੀ ਭਾਲ ਕਰਨੀ ਹੈ। ਤਾਂ ਇਹ ਸੱਚ ਹੈ ਜਿਹੜਾ, ਉਹੀ ਤਾਂ ਉਹਨੂੰ ਆਮ ਵਿਅਕਤੀਆਂ ਨਾਲੋਂ ਵੱਖਰਾ ਕਰਦਾ। ਤਾਂ ਚੰਗੀ ਜੀਵਨੀ ਵਿੱਚ ਲੇਖਕ ਹਮੇਸ਼ਾ ਸੱਚ ਦੇ ਨੇੜੇ ਰਹਿੰਦਾ ਹੈ, ਤੇ ਇਹ ਸੱਚ ਹੈ ਜਿਹੜਾ ਉਹ ਘਟਨਾਵਾਂ ਤੇ ਆਧਾਰਿਤ ਹੁੰਦਾ ਹੈ। ਆਪਣੀ ਸੂਝ-ਬੂਝ ਦੇ ਨਾਲ ਉਹ ਸੱਚ ਨੂੰ ਲੱਭਦਾ ਹੈ ਤੇ ਉਸ ਦੇ ਰਾਹੀਂ ਜਿਹੜੀ ਉਹਨੇ ਵਿਅਕਤੀ ਦਾ ਜੀਵਨ ਚਿਤਰਨਾ ਹੈ ਉਸ ਦੀ ਪੇਸ਼ਕਾਰੀ ਕਰਦਾ ਹੈ। ਤਾਂ ਕਈ ਵਾਰ ਇਉਂ ਵੀ ਲੱਗਦਾ ਹੈ ਕਿ ਜੀਵਨੀ ਦਾ ਜਿਹੜਾ ਇਹ ਪਸਾਰ ਹੈ ਆਲੋਚਨਾ ਦੀ ਹੋਂਦ ਨੂੰ ਜਾ ਛੂੰਹਦਾ। ਤਾਂ ਇਹ ਹੈ ਵੀ ਸੱਚੀ ਕਿ ਕੁਝ ਨਾ ਕੁਝ ਇਹ ਆਲੋਚਨਾ ਦੇ ਨੇੜੇ ਹੋ ਜਾਂਦਾ। ਤਾਂ ਇਤਿਹਾਸ ਤੇ ਜੀਵਨੀ ਦੇ ਵਿੱਚ ਬੇਟਾ ਇਹੀ ਫਰਕ ਹੈ ਕਿ ਇਤਿਹਾਸਕਾਰ ਹੈ ਜਿਹੜਾ ਉਹ ਕਿਸੇ ਨਾਇਕ ਦੇ ਜੀਵਨ ਨੂੰ ਤੱਥਾਂ ਦੇ ਆਧਾਰ ਤੇ ਚਿੱਤਰਦਾ ਹੈ, ਜਦਕਿ ਜੀਵਨੀਕਾਰ ਹੈ ਜਿਹੜਾ
ਉਹ ਤੱਥਾਂ ਤੋਂ ਉਘੜਦੀ ਸਚਾਈ ਨੂੰ ਆਧਾਰ ਬਣਾਉਂਦਾ ਹੈ। ਤਾਂ ਇਸ ਕਰਕੇ ਉਹ ਜੀਵਨੀ ਲੇਖਕ ਹੈ ਜਿਹੜਾ ਉਹ ਸਿਰਫ ਬਿਉਰੇ ਦੇ ਆਧਾਰ ਤੇ ਹੀ ਵਰਣਨ ਨਹੀਂ ਕਰਦਾ, ਸਗੋਂ ਇਹ ਸਾਰਾ ਕੁਝ ਹੈ ਜਿਹੜਾ ਉਸਨੂੰ ਇੱਕ ਪਾਸੇ ਰੱਖ ਕੇ ਉਹਦਾ ਰੂਪ ਨੂੰ ਪ੍ਰਕਾਸ਼ਮਾਨ ਕਰਨ ਦੀ ਕੋਸ਼ਿਸ਼ ਕਰਦਾ ਹੈ ਆਪਣੀ ਕਲਾ ਦੇ ਆਧਾਰ ਤੇ। ਤਾਂ ਇਹ ਜਿੰਨੀ ਹੀ ਲੋਕ ਪਿਆਰੀ ਤੇ ਪ੍ਰਭਾਵਸ਼ਾਲੀ ਹੋਊਗੀ, ਓਨੀ ਹੀ ਜੀਵਨੀ ਹੈ ਜਿਹੜੀ ਉਹ ਹਰਮਨ ਪਿਆਰੀ ਹੋ ਸਕਦੀ ਹੈ, ਉਹਦੇ ਵਿੱਚ ਸੱਚ ਦਾ ਪੇਸ਼ ਹੋ ਸਕਦਾ। ਤਾਂ ਜੀਵਨੀ ਲੇਖਕ ਦਾ ਯੋਗਦਾਨ ਤੇ ਉਹਦੀ ਕਲਪਨਾ ਹੈ ਜਿਹੜੀ ਉਹ ਕਿੰਨਾ ਕੁ ਪ੍ਰਭਾਵਿਤ ਕਰਦੀ ਹੈ ਜੀਵਨੀ ਨੂੰ। ਅਸਲ ਦੇ ਵਿੱਚ ਜੀਵਨੀ ਦੀ ਰਚਨਾ ਦੇ ਵਿੱਚ ਜੀਵਨੀਕਾਰ ਦਾ ਯੋਗਦਾਨ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ। ਭਾਵੇਂ ਜੀਵਨੀ ਦੇ ਲਿਖਣ ਤੇ ਰਚਨਾ ਕਰਨ ਵਿੱਚ ਲੇਖਕ ਪੂਰੀ ਤਰ੍ਹਾਂ ਹਾਜ਼ਰ ਹੁੰਦਾ ਹੈ, ਪਰ ਉਹ ਅਸਲ ਦੇ ਵਿੱਚ ਜੀਵਨੀ ਪਾਠ ਤੋਂ ਗੈਰ ਹਾਜ਼ਰ ਹੁੰਦਾ ਹੈ, ਕਿਉਂਕਿ ਉਹ ਤਾਂ ਇੱਕ ਦੂਰੀ ਤੇ ਖੜਾ ਹੋਇਆ ਨਾਇਕ ਦਾ ਵਰਣਨ ਕਰਦਾ ਹੈ। ਇੱਕ ਤਰ੍ਹਾਂ ਨਾਲ ਉਹ ਉਥੋਂ ਗੈਰ ਹਾਜ਼ਰ ਹੁੰਦਾ ਹੋਇਆ ਵੀ ਅਨੁਸ਼ਾਸਨ ਕਾਇਮ ਕਰਨ ਦਾ ਯਤਨ ਕਰਦਾ ਹੈ। ਤਾਂ ਜੀਵਨੀਕਾਰ ਦਾ ਪਹਿਲਾ ਕਰਤੱਵ ਇਹੀ ਹੈ ਕਿ ਉਹ ਇਤਿਹਾਸ, ਕਲਪਨਾ, ਸਾਹਿਤਿਕ ਸ਼ੈਲੀ ਇਹਨਾਂ ਤਿੰਨਾਂ ਵਿੱਚ ਇੱਕ ਸੁਮੇਲ ਸਥਾਪਿਤ ਕਰੇ। ਤਾਂ ਇਹਦੇ ਲਈ ਸਿਰਫ ਘਟਨਾਵਾਂ ਹੀ ਨਹੀਂ ਉਹਨੇ ਲੱਭਣੀਆਂ, ਘਟਨਾਵਾਂ ਤਾਂ ਨਿਰੋਲ ਇਤਿਹਾਸ ਵੀ ਬਣ ਸਕਦੀਆਂ ਨੇ। ਤਾਂ ਉਹਦੇ ਵਿੱਚੋਂ ਕਲਪਨਾ ਦੇ ਜਿਹੜੇ ਅੰਸ਼ ਹੈ ਉਹਨਾਂ ਨੂੰ ਇੱਕ ਆਪਣੀ ਵੱਖਰੇ ਤਰੀਕੇ ਦੇ ਨਾਲ, ਆਪਣੀ ਬੁੱਧੀ ਦੇ ਨਾਲ ਉਹਨਾਂ ਦੇ ਵਿੱਚ ਉਹਨੇ ਭਰਨਾ ਹੁੰਦਾ ਹੈ, ਜਿਹਦੇ ਨਾਲ ਕਿ ਜੀਵਨੀ ਹੈ ਜਿਹੜੀ ਉਹ ਕਲਾਤਮਕ ਬਣ ਜਾਂਦੀ ਹੈ, ਉਹਦੇ ਵਿੱਚ ਭਾਵੁਕਤਾ ਆ ਜਾਂਦੀ ਹੈ, ਇੱਕ ਰਸ ਆ ਜਾਂਦਾ ਹੈ। ਤਾਂ ਇਸ ਕਰਕੇ ਜੀਵਨੀ ਕਲਾ ਹੀ ਹੈ ਜਿੱਥੇ ਇਤਿਹਾਸ ਤੇ ਸਾਹਿਤ ਦਾ ਸੁਮੇਲ ਉੱਤਮ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਹੁੰਦਾ ਹੈ। ਤਾਂ ਜੀਵਨੀਕਾਰ ਹੈ ਜਿਹੜਾ ਉਹ ਆਪਣੀ ਰੂਹ ਦੇ ਨਾਲ ਨਾਇਕ ਦੇ ਨਾਲ ਜੁੜਦਾ ਹੈ, ਪਰ ਫਿਰ ਵੀ ਇੱਕ ਵਿੱਥ ਤੇ ਜਾ ਕੇ ਖੜਦਾ ਹੈ। ਤਾਂ ਇਸ ਤਰ੍ਹਾਂ ਜੀਵਨੀ ਦੇ ਵਿੱਚ ਸੁਭਾਵਿਕਤਾ ਹੈ ਜਿਹੜੀ ਉਹ ਬਣੀ ਰਹਿੰਦੀ ਹੈ। ਜਿਹੜਾ ਜੀਵਨੀਕਾਰ ਹੈ ਉਹ ਪੂਰੀ ਤਰ੍ਹਾਂ ਨਾਲ ਸੁਹਿਰਦ, ਸੁਤੰਤਰ ਤੇ ਨਿਰਪੱਖ ਰਹਿ ਕੇ ਜੀਵਨੀ ਦਾ ਵਰਣਨ ਕਰਦਾ ਹੈ। ਜਿਹੜਾ ਉਹਦਾ ਮੁੱਖ ਪਾਤਰ ਹੈ ਉਸਦੀ ਸ਼ਖਸੀਅਤ ਦੇ ਸਾਰੇ ਪਸਾਰ ਹੈ ਜਿਹੜੇ ਉਹਨਾਂ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ, ਪਰ ਫਿਰ ਵੀ ਉਹ ਕਲਪਨਾ ਦਾ ਸਹਾਰਾ ਜ਼ਰੂਰ ਲੈਂਦਾ ਹੈ, ਕਿਉਂਕਿ ਉਹਦੀ ਕਲਪਨਾ ਅਜਿਹੀ ਹੁੰਦੀ ਹੈ ਜਿਹੜੀ ਯਥਾਰਥ ਤੋਂ ਦੂਰ ਨਹੀਂ ਜਾਂਦੀ। ਇਹ ਉਹਦੀ ਆਪਣੀ ਬੁੱਧੀ ਹੈ ਕਿ ਉਹਨੇ ਕਲਪਨਾ ਤੇ ਸੱਚ ਨੂੰ ਕਿਵੇਂ ਇੱਕ ਤਰਤੀਬ ਦੇ ਵਿੱਚ ਰੱਖਣਾ ਹੈ, ਕਿਵੇਂ ਦੋਨਾਂ ਦੇ ਵਿੱਚ ਉਹਨੇ ਇੱਕ ਜਿਹੜਾ ਹੈ ਸਹੀ ਮਿਕਦਾਰ ਬਣਾ ਕੇ ਰੱਖਣੀ ਹੈ। ਤਾਂ ਇਸ ਤਰ੍ਹਾਂ ਉਹ ਨਾਇਕ ਦੀ ਸ਼ਖਸੀਅਤ ਨੂੰ ਸਜਾਉਂਦਾ ਹੈ, ਚਮਕਾਉਂਦਾ ਹੈ, ਪਰ ਉਹਦੀ ਅਸਲ ਤਸਵੀਰ ਹੈ ਜਿਹੜੀ ਉਸਨੂੰ ਵੀ ਉਹ ਧੁੰਦਲੀ ਨਹੀਂ ਹੋਣ ਦਿੰਦਾ। ਤਾਂ ਇਸ ਤਰ੍ਹਾਂ ਲੇਖਕ ਹੈ ਜਿਹੜਾ ਉਹ ਕਲਪਨਾ ਦੇ ਨਾਲ ਆਪਣੇ ਚਰਿੱਤਰ ਨਾਇਕ ਦਾ ਵਿਅਕਤੀਤਵ ਇੰਨਾ ਸੋਹਣਾ ਲਿਸ਼ਕਦਾ ਪੁਸ਼ਕਦਾ ਬਣਾ ਦਿੰਦਾ ਹੈ, ਪਰ ਅਸਲੀਅਤ ਹੈ ਜਿਹੜੀ ਉਹ ਵੀ ਉਸਦੇ ਨਾਲ ਹੀ ਰਹਿੰਦੀ ਹੈ। ਅੱਗੇ ਹੈ ਬੋਲੀ ਤੇ ਸ਼ੈਲੀ। ਹੁਣ ਜੀਵਨੀ ਕਲਾ ਦੇ ਬਾਕੀ ਗੁਣਾਂ ਦੇ ਨਾਲ ਨਾਲ ਜੀਵਨੀ ਲੇਖਕ ਹੈ ਜਿਹੜਾ ਉਹ ਬੋਲੀ ਤੇ ਸ਼ੈਲੀ ਦੇ ਮਹੱਤਵ ਨੂੰ ਵੀ ਬੇਧਿਆਨਾ ਨਹੀਂ ਕਰ ਸਕਦਾ। ਜਿਹੜੀ ਸ਼ੈਲੀ ਹੈ ਉਹ ਆਮ ਸਧਾਰਨ ਕੋਈ ਵੀ ਵਿਅਕਤੀ ਹੈ ਜਾਂ ਕੋਈ ਨਾਇਕ ਹੈ ਉਹਦੀ ਜੀਵਨੀ ਨੂੰ ਵੀ ਬਹੁਤ ਰਸਦਾਇਕ ਤੇ ਰੌਚਕ ਬਣਾ ਦਿੰਦੀ ਹੈ। ਹੁਣ ਸਫਲ ਜੀਵਨੀ ਕਲਾ ਲਈ ਦੋ ਹੀ ਸ਼ਰਤਾਂ ਹੈ, ਜਾਂ ਤਾਂ ਨਾਇਕ ਬਹੁਤ ਮਹਾਨ ਹੋਵੇ ਜਿਵੇਂ ਸਾਡੇ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਜਾਂ ਫਿਰ ਲੇਖਕ ਇੰਨਾ ਮਹਾਨ ਹੋਵੇ ਕਿ ਉਹ ਉੱਤਮ ਸਾਹਿਤ ਦਾ ਨਮੂਨਾ ਪੇਸ਼ ਜਿਹੜਾ ਉਹ ਕਰ ਸਕੇ ਪਾਠਕਾਂ ਦੇ ਸਾਹਮਣੇ, ਜਿਵੇਂ ਰਵਿੰਦਰਨਾਥ ਟੈਗੋਰ ਜਾਂ ਭਾਈ ਵੀਰ ਸਿੰਘ ਜੀ। ਤੇ ਜੀਵਨੀ ਦੀ ਸਫਲਤਾ ਹੈ ਜਿਹੜੀ ਉਹ ਸ਼ੈਲੀ ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਕਈ ਤਰ੍ਹਾਂ ਦੀਆਂ ਸ਼ੈਲੀਆਂ ਜੀਵਨੀ ਦੇ ਲਈ ਵਰਤੀਆਂ ਜਾਂਦੀਆਂ ਨੇ। ਕੋਈ ਵਰਣਾਤਮਕ ਸ਼ੈਲੀ ਵਰਤਦਾ ਹੈ, ਕੋਈ ਨਿਆਇਕ ਸ਼ੈਲੀ ਵਰਤਦਾ ਹੈ। ਤਾਂ ਇਹ ਸ਼ੈਲੀ ਹੈ ਜਿਹੜੀ ਕੋਈ ਵੀ ਹੋਵੇ, ਭਾਵੇਂ ਵਿਆਖਿਆਤਮਕ ਹੋਵੇ, ਪਰ ਉਸ ਦੇ ਵਿੱਚ ਨਾਇਕ ਦੇ ਜੀਵਨ ਸਿਧਾਂਤਾਂ, ਵਿਚਾਰਾਂ ਤੇ ਦ੍ਰਿਸ਼ਟੀਕੋਣਾਂ ਨੂੰ ਇੱਕ ਨਵੀਂ ਰੋਸ਼ਨੀ ਦੇ ਵਿੱਚ ਰੱਖ ਕੇ ਪੇਸ਼ ਕਰਨਾ ਹੁੰਦਾ ਹੈ। ਤਾਂ ਵਧੇਰੇ ਕਰਕੇ ਜਿਹੜੀ ਵਿਆਖਿਆ ਵਿਧੀ ਹੈ ਉਸ ਦਾ ਸਹਾਰਾ ਜੀਵਨੀ ਲੇਖਕ ਲੈਂਦੇ ਹੈ। ਉਹ ਤੱਥਾਂ ਨੂੰ ਪੁਣ ਛਾਣ ਕੇ ਆਪਣਾ ਜਿਹੜਾ ਪਾਠਕ ਹੈ ਉਸ ਦੇ ਸਾਹਮਣੇ ਪੇਸ਼ ਕਰਦੇ ਹੈ। ਹੁਣ ਸ਼ੈਲੀ ਤੋਂ ਬਿਨਾਂ ਤਾਂ ਬੋਲੀ ਵੀ ਹੈ ਜਿਹੜੀ ਉਹ ਬਹੁਤਾ ਅਰਥ ਨਹੀਂ ਰੱਖਦੀ। ਤਾਂ ਕਹਿੰਦੇ ਹੈ ਕਿ ਸ਼ੈਲੀ ਤੋਂ ਇਲਾਵਾ ਬੋਲੀ
ਬਿਨਾਂ ਜੀਵਨੀ ਹੈ ਜਿਹੜੀ ਉਹ ਗੂੰਗੀ ਹੁੰਦੀ ਹੈ। ਤਾਂ ਇਸ ਲਈ ਬੋਲੀ ਤੋਂ ਜਿਹੜਾ ਲੇਖਕ ਹੈ ਉਹ ਪੂਰੀ ਤਰ੍ਹਾਂ ਨਾਲ ਚੇਤਨ ਹੋਵੇ, ਕਿਉਂਕਿ ਬੋਲੀ ਦੇ ਸਹਾਰੇ ਹੀ ਉਹਨੇ ਆਪਣੇ ਨਾਇਕ ਦੀ ਪਾਤਰ ਉਸਾਰੀ ਕਰਨੀ ਹੈ, ਸਾਰਾ ਵਾਤਾਵਰਨ ਹੈ ਜਿਹੜਾ ਉਹ ਸਿਰਜਣਾ ਹੈ। ਅੱਗੇ ਬੇਟਾ ਜੀਵਨੀ ਰਚਨਾ ਦੀ ਬਣਤਰ, ਉਹ ਬਣਤਰ ਕਿਸ ਤਰ੍ਹਾਂ ਦੀ ਹੋਵੇ? ਤਾਂ ਜੀਵਨੀਕਾਰ ਹੈ ਜਿਹੜੇ ਉਹ ਸਾਰੇ ਤੱਤਾਂ ਦੇ ਆਧਾਰ ਤੇ ਰਚਨਾ ਕਰਦਾ ਹੈ ਜੀਵਨੀ ਦੀ। ਤਾਂ ਜੀਵਨੀ ਦੀ ਰਚਨਾ ਕੁਝ ਖਾਸ ਨਿਯਮਾਂ ਦੇ ਵਿੱਚ ਬੱਝੀ ਹੁੰਦੀ ਹੈ। ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਇਹਦੇ ਵਿੱਚ ਬਹੁਤ ਬੇਲੋੜਾ ਵਿਸਥਾਰ ਨਾ ਹੋਵੇ, ਪਰ ਨਾਲ ਹੀ ਇਹ ਵੀ ਧਿਆਨ ਰੱਖਣਾ ਹੈ ਕਿ ਕੋਈ ਲੋੜੀਂਦੀ ਗੱਲ ਅਜਿਹੀ ਨਾ ਹੋਵੇ ਜਿਸ ਦਾ ਕਿਤੇ ਅਸੀਂ ਜ਼ਿਕਰ ਹੀ ਨਾ ਕਰੀਏ। ਤਾਂ ਉਹਨੇ ਆਪਣੀ ਰਚਨਾ ਨੂੰ ਕੋਈ ਚਮਤਕਾਰੀ ਨਹੀਂ ਬਣਾਉਣਾ ਹੁੰਦਾ, ਨਾ ਹੀ ਸਿਰਫ ਸਮੁੱਚੇ ਸੱਚ ਦੀ ਪੇਸ਼ਕਾਰੀ ਕਰਕੇ ਉਹਨੂੰ ਇਤਿਹਾਸਿਕ ਰੂਪ ਦੇਣਾ ਹੁੰਦਾ, ਪਰ ਯਥਾਰਥ ਦੇ ਨੇੜੇ ਰਹਿਣ ਦੀ ਕੋਸ਼ਿਸ਼ ਵੀ ਕਰਨੀ ਹੈ। ਨਾਇਕ ਦੇ ਜੀਵਨ ਦੇ ਵਿੱਚ ਜਿੰਨੇ ਉਤਰਾਅ ਚੜ੍ਹਾਅ ਆਏ, ਉਹਨਾਂ ਸਾਰਿਆਂ ਦੇ ਵੱਖੋ ਵੱਖਰੇ ਰੂਪ ਨੂੰ ਪੇਸ਼ ਕਰਨਾ ਜ਼ਰੂਰੀ ਹੈ। ਤਾਂ ਇਹ ਜੀਵਨੀ ਰਚਨਾ ਦੀ ਬਣਤਰ ਹੈ ਜਿਹੜੀ ਤਾਂ ਹੀ ਬਹੁਤ ਵਧੀਆ ਹੋਊਗੀ। ਤਾਂ ਇਹ ਅਸੀਂ ਜੀਵਨੀ ਬਾਰੇ ਵੱਖੋ ਵੱਖਰੇ ਤੱਤ ਜਾਂ ਜੀਵਨੀ ਦੀਆਂ ਵਿਸ਼ੇਸ਼ਤਾਵਾਂ ਜਿਹੜੇ ਉਹਨਾਂ ਦੀ ਵਿਆਖਿਆ ਕੀਤੀ ਹੈ ਕਿ ਕੋਈ ਜੀਵਨੀ, ਜੇਕਰ ਜੀਵਨੀਕਾਰ ਕਿਸੇ ਵਰਣਨ ਕਰਦਾ ਹੈ, ਕਿਸੇ ਨਾਇਕ ਨੂੰ ਉਹ ਪੇਸ਼ ਕਰਦਾ ਹੈ, ਉਹਦੀ ਜ਼ਿੰਦਗੀ ਨੂੰ ਲੈ ਕੇ ਉਹਦੀ ਜੀਵਨੀ ਲਿਖਣ ਦਾ ਯਤਨ ਕਰਦਾ ਹੈ, ਤਾਂ ਉਹ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖੇ ਜਿਸ ਦੇ ਨਾਲ ਉਹ ਸਫਲ ਜੀਵਨੀ ਹੈ ਜਿਹੜੀ ਉਹ ਪੇਸ਼ ਹੋ ਸਕਦੀ ਹੈ। ਤਾਂ ਪੰਜਾਬੀ ਦੇ ਵਿੱਚ ਜੀਵਨੀ ਸਾਹਿਤ ਹੈ ਜਿਹੜਾ ਉਹ ਕਿੰਨਾ ਕੁ ਲਿਖਿਆ ਗਿਆ? ਪੰਜਾਬੀ ਦੇ ਲੇਖਕਾਂ ਨੇ ਬਹੁਤ ਵੱਡੇ ਨੇਤਾ ਜਾਂ ਕੋਈ ਇਤਿਹਾਸਿਕ ਵਿਅਕਤੀ ਹੈ ਜਿਹੜੇ ਉਹਨਾਂ ਦੀਆਂ ਜੀਵਨੀਆਂ ਲਿਖੀਆਂ, ਜਿਨ੍ਹਾਂ ਦੇ ਵਿੱਚੋਂ ਇੱਕ ਜਿਹੜਾ ਹੈ ਦੁਰਲਭ ਸਿੰਘ ਲਿਖਤ, ਮਾਸਟਰ ਤਾਰਾ ਸਿੰਘ, ਸੁਭਾਸ਼ ਚੰਦਰ ਬੋਸ, ਮੌਲਾਨਾ ਆਜ਼ਾਦ, ਇਹਨਾਂ ਨਾਵਾਂ ਹੇਠਾਂ ਛਪੀਆਂ ਸੀ। ਤੇ ਇਹ ਪੁਰਾਣੀਆਂ ਰਚਨਾਵਾਂ ਨੇ, ਕਾਫੀ ਮੁੱਢਲੀਆਂ ਜੀਵਨੀਆਂ ਲਿਖੀਆਂ ਗਈਆਂ ਸੀ। ਇਹਨਾਂ ਵਿੱਚ ਸਾਹਿਤਿਕ ਸ਼ੈਲੀ ਦੀ ਘਾਟ ਸੀ। ਕੁਝ ਇਤਿਹਾਸਿਕ ਜੀਵਨੀਆਂ ਵੀ ਲਿਖੀਆਂ ਗਈਆਂ, ਜਿਨ੍ਹਾਂ ਵਿੱਚੋਂ ਡਾਕਟਰ ਗੰਡਾ ਸਿੰਘ ਰਚਿਤ ਬੰਦਾ ਬਹਾਦਰ, ਸ਼ਾਮ ਸਿੰਘ ਅਟਾਰੀ ਵਾਲਾ, ਪ੍ਰੇਮ ਸਿੰਘ ਹੋਤੀ ਰਚਿਤ ਜੀਵਨ ਮਹਾਰਾਜਾ ਰਣਜੀਤ ਸਿੰਘ, ਜੀਵਨ ਸਰਦਾਰ ਹਰੀ ਸਿੰਘ ਨਲੂਆ, ਜੀਵਨ ਕੰਵਰ ਨੌ ਨਿਹਾਲ ਸਿੰਘ, ਖਾਲਸਾ ਰਾਜ ਦੇ ਉਸਰਈਏ, ਖਾਲਸਾ ਰਾਜ ਦੇ ਵਿਦੇਸ਼ੀ ਕਰਿੰਦੇ, ਇਹ ਵਰਣਨਯੋਗ ਹੈ। ਇਹਨਾਂ ਜੀਵਨੀਆਂ ਵਿੱਚ ਜਿਹੜੇ ਇਤਿਹਾਸਿਕ ਮਾਮਲੇ ਹੈ ਉਹਨਾਂ ਨੂੰ ਵਿਗਿਆਨਿਕ ਦ੍ਰਿਸ਼ਟੀ ਤੋਂ ਜਿਹੜਾ ਪੁਣ ਛਾਣ ਕੇ ਖੋਜ ਦੇ ਆਧਾਰ ਤੇ ਪੇਸ਼ ਕੀਤਾ ਗਿਆ। ਤਾਂ ਜਿਹੜਾ ਪ੍ਰੋਫੈਸਰ ਕਰਤਾਰ ਸਿੰਘ ਨੇ ਰਚੀ ਹੈ ਜੀਵਨੀ ਗੁਰੂ ਗੋਬਿੰਦ ਸਿੰਘ, ਇਹ ਕਾਫੀ ਸਾਹਿਤ ਜਗਤ ਦੇ ਵਿੱਚ ਸੁਲਝੀ, ਸਰਲ ਤੇ ਸਪਸ਼ਟ ਸ਼ੈਲੀ ਕਰਕੇ ਆਪਣਾ ਮਹੱਤਵ ਰੱਖਦੀ ਹੈ। ਰਾਜਸੀ ਖੇਤਰ ਦੀਆਂ ਵੀ ਕੁਝ ਜੀਵਨੀਆਂ ਜਿਹੜੀਆਂ ਉਹ ਵਰਣਨਯੋਗ ਹੈ, ਜਿਨ੍ਹਾਂ ਦੇ ਵਿੱਚ ਜਸਵੰਤ ਸਿੰਘ ਜੱਸ ਨੇ ਬਾਬਾ ਰਾਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਦੇਸ਼ ਭਗਤ ਬਾਬੇ, ਬਾਬਾ ਵਿਸਾਖਾ ਸਿੰਘ ਆਦਿ ਜੀਵਨੀਆਂ ਲਿਖੀਆਂ। ਇਸ ਤੋਂ ਇਲਾਵਾ ਸਾਧੂ ਸਿੰਘ ਨੇ ਇਨਕਲਾਬੀ ਯੋਧਾ ਮਾਸਟਰ ਮੋਤਾ ਸਿੰਘ, ਮਾਨ ਸਿੰਘ ਨੇ ਆਜ਼ਾਦੀ ਦੀ ਸ਼ਮਾ ਤੇ ਸਿੱਖ ਪਰਵਾਨੇ, ਕੁਲਦੀਪ ਸਿੰਘ ਹੌਰਾ ਨੇ ਜੁਝਾਰੂ ਸੂਰਮੇ, ਬਚਿੰਤ ਸਿੰਘ ਢਿੱਲੋਂ ਨੇ ਪੰਜਾਬ ਦੇ ਕੌਮੀ ਸੂਰਬੀਰ, ਅਨੇਕਾਂ ਜਿਹੜੀਆਂ ਹੈਗੀਆਂ ਨੇ ਜੀਵਨੀਆਂ ਉਹ ਲਿਖੀਆਂ ਗਈਆਂ ਨੇ, ਸਾਡੇ ਸਾਹਿਤ ਦੇ ਵਿੱਚ ਉਪਲਬਧ ਨੇ। ਇਸ ਤੋਂ ਇਲਾਵਾ ਬੇਟਾ ਕੁਝ ਕੁ ਪੰਜਾਬੀ ਜਿਹੜਾ ਜੀਵਨੀ ਦਾ ਇਤਿਹਾਸ ਹੈ ਉਸ ਦੇ ਵਿੱਚ ਵਰਣਨਯੋਗ ਜੀਵਨੀਆਂ ਨੇ। ਧਰਮਪਾਲ ਸਿੰਘਲ ਨੇ ਲਿਖੀ ਜੀਵਨੀ ਗੁਰੂ ਰਵਿਦਾਸ ਜੀ, ਸੰਤ ਇੰਦਰ ਸਿੰਘ ਚੱਕਰਵਰਤੀ ਨੇ ਅਟਲ ਪ੍ਰਾਪਤੀ ਸਤਿਗੁਰ, ਡਾਕਟਰ ਕਰਮ ਸਿੰਘ ਕਪੂਰ ਨੇ ਸਤਿਗੁਰੂ ਪ੍ਰਤਾਪ ਸਿੰਘ ਇੱਕ ਮਹਾਨ ਸਤਿਗੁਰ, ਇਹ ਜੀਵਨੀਆਂ ਲਿਖੀਆਂ। ਪਰ ਅਸੀਂ ਸਾਹਿਤ ਦੇ ਕੁਝ ਨਾਲ ਸੰਬੰਧਿਤ ਸਾਹਿਤਕਾਰ ਨੇ ਉਹਨਾਂ ਬਾਰੇ ਗੱਲ ਕਰਦੇ ਹਾਂ। ਕੁਝ ਲੇਖਕਾਂ ਨੇ ਸਾਹਿਤਕਾਰ ਦੇ ਜੀਵਨ ਆਦਰਸ਼ਾਂ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਪ੍ਰੋਫੈਸਰ ਹਰਦਿਆਲ ਸਿੰਘ ਨੇ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਦੀ ਜੀਵਨੀ ਸੁਨਹਿਰੀ ਦਿਲ ਨਾਂ ਦੇ ਹੇਠ ਛਾਪੀ। ਸੂਬਾ ਸਿੰਘ ਨੇ ਡਾਕਟਰ ਕਾਲੇ ਪਾਣੀ, ਡਾਕਟਰ ਗੁਰਦਿਆਲ ਸਿੰਘ ਫੁੱਲ ਨੇ ਭਾਈ ਯੋਧ ਸਿੰਘ, ਸੱਸਾ ਅਮੋਲ ਨੇ ਜੀਵਨੀ ਭਾਈ ਮੋਹਨ ਸਿੰਘ ਵੈਦ, ਕਿਰਪਾਲ ਸਿੰਘ ਕਸੇਲ ਤੇ ਪ੍ਰੋਫੈਸਰ ਪੂਰਨ ਸਿੰਘ ਦੀ ਜੀਵਨੀ ਰਾਜ ਹੰਸ ਪੰਜਾਬੀ ਸਾਹਿਤ ਦੇ
ਜਗਤ ਦੇ ਵਿੱਚ ਪ੍ਰਸਿੱਧ ਜੀਵਨੀ ਹੈ, ਤਾਂ ਕੁਝ ਪੰਜਾਬੀ ਦੇ ਖੋਜਾਰਥੀ ਹੈ ਜਿਹੜੇ, ਉਹਨਾਂ ਨੇ ਵੀ ਪ੍ਰਸਿੱਧ ਸਾਹਿਤਕਾਰਾਂ ਦੇ ਜੀਵਨ ਬਾਰੇ ਲਿਖਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਉਹਨਾਂ ਦੀ ਜੀਵਨ ਤੇ ਰਚਨਾ ਨੂੰ ਲੈ ਕੇ ਵਿਸ਼ੇਸ਼ ਖੋਜਾਂ ਕੀਤੀਆਂ। ਇਹ ਤੋਂ ਇਲਾਵਾ ਵਿਗਿਆਨ, ਧਰਮ, ਸਮਾਜ ਸੇਵਾ, ਰਾਜਨੀਤੀ ਦੇ ਖੇਤਰ ਨਾਲ ਸੰਬੰਧਿਤ ਬਹੁਤ ਸਾਰੇ ਵਿਅਕਤੀਆਂ ਦੀਆਂ ਜੀਵਨੀਆਂ ਜਿਹੜੀਆਂ ਉਹ ਲਿਖੀਆਂ ਗਈਆਂ ਨੇ, ਜਿਹੜੀਆਂ ਕਿ ਸਾਡੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਵਰਣਨਯੋਗ ਹੈ। ਤਾਂ ਬੇਟਾ ਇਹ ਕਈ ਸਾਰੀਆਂ ਜੀਵਨੀਆਂ ਦਾ ਅਸੀਂ ਇੱਥੇ ਜ਼ਿਕਰ ਕੀਤਾ ਹੈ, ਜਿਹੜੀਆਂ ਸਾਡੇ ਸਾਹਿਤਕਾਰਾਂ, ਰਾਜਸੀ ਨੇਤਾਵਾਂ, ਸਾਡੇ ਧਾਰਮਿਕ ਆਗੂ ਜਾਂ ਸਾਡੇ ਸਮਾਜ ਸੁਧਾਰਕਾਂ ਨਾਲ ਸੰਬੰਧਿਤ ਨੇ। ਤਾਂ ਤੁਸੀਂ ਆਪਣੇ ਸਕੂਲ ਦੀ ਲਾਇਬ੍ਰੇਰੀ ਦੇ ਵਿੱਚ ਇਹਨਾਂ ਜੀਵਨੀਆਂ ਦੀ ਖੋਜ ਕਰ ਸਕਦੇ ਹੋ। ਕੋਈ ਨਾ ਕੋਈ ਜੀਵਨੀ ਦੀ ਪੁਸਤਕ ਹੈ ਜਿਹੜੀ ਉਹ ਤੁਹਾਨੂੰ ਜ਼ਰੂਰ ਮਿਲੂਗੀ, ਤੇ ਜੇ ਤੁਸੀਂ ਉਸ ਨੂੰ ਪੜ੍ਹੋਗੇ ਤਾਂ ਤੁਸੀਂ ਆਪਣੇ ਆਪ ਹੀ ਤੁਹਾਡੇ ਮਨ ਦੇ ਵਿੱਚ ਇਹ ਗੱਲ ਆਉਣੀ ਹੈ ਕਿ ਇਹਦੇ ਵਿੱਚ ਉਹਨਾਂ ਸਾਰੇ ਤੱਤਾਂ ਦਾ, ਉਹਨਾਂ ਸਾਰੀਆਂ ਵਿਸ਼ੇਸ਼ਤਾਵਾਂ ਦਾ ਧਿਆਨ ਰੱਖਿਆ ਗਿਆ ਹੈ ਕਿ ਨਹੀਂ ਰੱਖਿਆ ਗਿਆ, ਜਾਂ ਕਿਹੜੀ ਚੀਜ਼ ਹੈ ਜਿਹੜੀ ਉਹ ਵਿਸ਼ੇਸ਼ ਵਰਣਨਯੋਗ ਹੈ, ਜਾਂ ਕਿਹੜੀ ਚੀਜ਼ ਹੈ ਜਿਹੜੀ ਉਹਨੇ ਤੁਹਾਡੇ ਦਿਲ ਨੂੰ ਜ਼ਿਆਦਾ ਟੁੰਮਿਆ। ਉਹਦੇ ਆਧਾਰ ਤੇ ਜੇ ਤੁਸੀਂ ਕੋਈ ਨਾ ਕੋਈ ਜੀਵਨੀ ਪੜ੍ਹੋਗੇ ਤਾਂ ਫਿਰ ਤੁਹਾਨੂੰ ਇਹ ਜੀਵਨੀ ਦੇ ਤੱਤ ਜਾਂ ਉਹਦੀਆਂ ਵਿਸ਼ੇਸ਼ਤਾਵਾਂ, ਇਹਨਾਂ ਨੂੰ ਯਾਦ ਕਰਨ ਦੀ ਲੋੜ ਨਹੀਂ ਪੈਣੀ, ਆਪਣੇ ਆਪ ਹੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਇਹਨਾਂ ਨੇ ਸਾਕਾਰ ਹੋ ਜਾਣਾ।